ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਅੱਜ ਆਪਾਂ ਕਿਹੜਾ ਨੈਕਸਟ ਉਹਦੇ ਕਰ ਰਹੇ ਸੀ ਨਾ ਆਪਾਂ ਡਾਇਮੈਂਸ਼ਨਸ ਦੇ ਵਿੱਚ ਥਰਡ ਡਾਇਮੈਂਸ਼ਨ ਕਰਨੀ, ਉਹ ਕਿਹੜੀ ਆ? ਪੋਲੀਟੀਕਲ ਇਨਵਾਇਰਮੈਂਟ। ਪੋਲੀਟੀਕਲ ਇਨਵਾਇਰਮੈਂਟ ਦਾ ਤੁਹਾਨੂੰ ਪਤਾ ਹੀ ਹੈ ਕਿ ਪੋਲੀਟੀਕਲ ਇਨਵਾਇਰਮੈਂਟ ਜਿਹੜਾ ਪੋਲੀਟਿਕਸ ਦੇ ਨਾਲ ਰਿਲੇਟਡ ਹੁੰਦਾ। ਕਹਿੰਦਾ ਕਿ ਪੋਲੀਟੀਸ਼ੀਅਨਸ ਵੀ ਬਿਜ਼ਨਸ ਇਨਵਾਇਰਮੈਂਟ ਨੂੰ ਇਫੈਕਟ ਕਰਦੇ ਆ, ਐਂਡ ਉਹ ਕਿੱਦਾਂ ਕਰਦੇ ਦੇਖਦੇ ਆ। ਪੋਲੀਟੀਕਲ ਇਨਵਾਇਰਮੈਂਟ ਰੈਫਰਸ ਟੂ ਆਲ ਦੋਜ਼ ਪੋਲੀਟੀਕਲ ਫੈਕਟਰਸ ਐਂਡ ਫੋਰਸਿਸ। ਕਹਿੰਦੇ ਉਹ ਸਾਰੀਆਂ ਪੋਲੀਟੀਕਲ ਫੈਕਟਰਸ ਤੇ ਫੋਰਸਿਸ ਵਿਚ ਇਫੈਕਟ ਬਿਜ਼ਨਸ ਐਂਟਰਪ੍ਰਾਈਜ਼ ਔਰ ਆਰਗੇਨਾਈਜੇਸ਼ਨ। Political environment is the political aspect or political part of business environment. Political environment includes factors like political stability in the country, ਕਿ ਕਿਹੜੀ ਸਰਕਾਰ ਰਹਿੰਦੀ ਆ, ਠੀਕ ਆ ਉਹਦੇ ਵਿੱਚ, ਠੀਕ ਆ। ਫੋਰ ਐਗਜ਼ਾਮਪਲ GST ਲੱਗ ਗਈ ਸੀ ਜਿੱਦਾਂ, ਓਬਵੀਅਸਲੀ ਸਾਰੇ ਬਿਜ਼ਨਸ ਇਫੈਕਟ ਹੋਏ ਸੀ, ਠੀਕ ਹੈ। ਲਾਅ ਐਂਡ ਆਰਡਰ ਸਿਚੁਏਸ਼ਨ, ਟਾਈਪ ਆਫ ਪੋਲੀਟੀਕਲ ਸਿਸਟਮ, ਆਈਡੀਓਲੋਜੀ ਆਫ ਵੇਰੀਅਸ ਪੋਲੀਟੀਕਲ ਪਾਰਟੀਜ਼। ਹੁਣ ਜਿੱਦਾਂ ਕਹਿ ਰਹੇ ਆ ਕਿ ਸਾਰਾ ਕੁਝ ਮੋਦੀ ਨੇ ਪ੍ਰਾਈਵੇਟਾਈਜੇਸ਼ਨ ਕਰਦਾ ਰਹੂ, ਵੀ ਇੱਕ ਪੋਲੀਟਿਕਸ ਹੀ ਆ ਨਾ, ਕਿ ਕਿੰਨਾ ਇਫੈਕਟ ਹੋਊਗੀ ਆਰਗੇਨਾਈਜੇਸ਼ਨ। ਪਰਫੋਰਮੈਂਸ ਆਫ ਬਿਊਰੋਕਰੇਸੀ, ਪਾਲਿਸੀ ਆਫ ਦ ਗਵਰਨਮੈਂਟ ਟੂਵਰਡਸ ਟ੍ਰੇਡ ਐਂਡ ਕਮਰਸ, ਕੀ ਪਾਲਿਸੀ ਕੀ ਆ। ਕਿਸੇ ਟਾਈਮ ਜਿੱਦਾਂ ਤੁਸੀਂ ਕੋਈ ਚੀਜ਼ ਅਬਰੋਡ ਤੋਂ ਲਿਆਉਂਦੇ ਜੋ 2% ਉਹਦੇ ਉੱਤੇ ਤੁਸੀਂ ਟੈਕਸ ਪੇ ਕਰਦੇ ਸੀ, ਬਟ ਕੀਤਾ ਹੁਣ ਤੁਹਾਨੂੰ 5% ਪੇ ਕਰਨਾ ਪੈ ਜਾਏ। ਫਿਰ ਤੋਂ ਬਿਜ਼ਨਸ ਆਰਗੇਨਾਈਜੇਸ਼ਨ, ਪੋਲੀਟੀਕਲ ਸਿਸਟਮ, ਪਬਲਿਕ ਓਪੀਨੀਅਨ ਅਬਾਊਟ ਪੋਲੀਟੀਕਲ ਸਿਸਟਮ, ਕਹਿੰਦੇ ਸੈਕਟਰ, ਇਹ ਸਾਰੀਆਂ ਚੀਜ਼ਾਂ ਇਫੈਕਟ ਕਰਦੀਆਂ ਇਨਵਾਇਰਮੈਂਟ ਨੂੰ। ਪੋਲੀਟੀਕਲ ਇਨਵਾਇਰਮੈਂਟ ਵੀ ਇਫੈਕਟ ਕਰਦਾ ਵਾ ਬਿਜ਼ਨਸ ਨੂੰ, ਠੀਕ ਹੈ। ਇਫ ਬਿਜ਼ਨਸ ਐਂਟਰਪ੍ਰਾਈਜ਼ ਫਾਰਮੂਲੇਟਸ ਇਟਸ ਪਾਲਿਸੀ, ਕਹਿੰਦਾ ਕਿ ਜਿਹੜਾ ਇੱਕ ਬਿਜ਼ਨਸ ਐਂਟਰਪ੍ਰਾਈਜ਼ ਆ ਉਹ ਆਪਣੀਆਂ ਪਾਲਿਸੀਜ਼ ਤੇ ਪ੍ਰੋਗਰਾਮਸ ਬਾਈ ਗਿਵਿੰਗ ਡਿਊ ਇੰਪੋਰਟੈਂਸ ਟੂ ਸੱਚ ਪੋਲੀਟੀਕਲ ਫੈਕਟਰਸ ਦੈਨ ਦੇਰ ਇਜ਼ ਅ ਗ੍ਰੇਟ ਪੋਸੀਬਿਲਿਟੀ ਫॉर ਇਟ ਸਕਸੈਸ। ਕਹਿੰਦਾ ਕਿ ਜਿਹੜਾ ਕੋਈ ਬਿਜ਼ਨਸ ਆ, ਓਬਵੀਅਸਲੀ ਜੇ ਉਹ ਪੋਲੀਟੀਕਲ ਇਨਵਾਇਰਮੈਂਟ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣਾ ਬਿਜ਼ਨਸ ਕਰੇ, ਕਹਿੰਦੇ ਫਿਰ ਉਹ ਸਕਸੈਸਫੁਲੀ ਕਾਮਯਾਬ ਹੋ ਸਕਦਾ ਹੈ, ਠੀਕ ਹੈ ਜੀ। ਗ੍ਰੇਟਰ ਪੋਸੀਬਿਲਿਟੀ ਫॉर ਇਟਸ ਸਕਸੈਸ। ਅਪਾਰਟ ਫਰਮ ਦਿਸ, ਬਿਜ਼ਨਸ ਇਨਵਾਇਰਮੈਂਟ ਹੈਵ ਟੂ ਅਡੋਪਟ ਦੈਮਸੈਲਵਸ ਟੂ ਦ ਪੋਲੀਟੀਕਲ ਚੇਂਜਸ ਵਿਚ ਟੇਕਸ ਪਲੇਸ ਰੈਗੂਲਰਲੀ। ਐਂਡ ਕਹਿੰਦੇ ਕਿ ਉਹੀ ਸਕਸੈਸਫੁਲ ਬਿਜ਼ਨਸ ਆ ਜਿਹੜਾ ਕੀ ਕਰਦਾ ਵਾ, ਬਿਜ਼ਨਸ ਪੋਲੀਟੀਕਲ ਫੈਕਟਰਸ ਜੇ ਚੇਂਜ ਹੁੰਦੀ ਆ ਤੇ ਆਪਣੇ ਆਪ ਨੂੰ ਵੀ ਬਿਜ਼ਨਸ ਚੇਂਜ ਕਰਦਾ ਹੈ, ਠੀਕ ਹੈ ਜੀ। ਇਫ ਦ ਬਿਜ਼ਨਸ ਐਂਟਰਪ੍ਰਾਈਜ਼ ਡੂ ਨਾਟ ਡੂ ਦਿਸ, ਕਹਿੰਦਾ ਕਿ ਜੇ ਬਿਜ਼ਨਸ ਐਂਟਰਪ੍ਰਾਈਜ਼ ਆ, ਕੋਈ ਵੀ ਬਿਜ਼ਨਸਮੈਨ ਆ, ਉਹ ਕੰਮ ਨਹੀਂ ਕਰਦਾ, ਜੋ ਪੋਲੀਟੀਕਲ ਫੈਕਟਰਸ ਉਹਦੇ ਅਕੋਰਡਿੰਗ ਕੰਮ ਨਹੀਂ ਕਰਦਾ, ਹੀ ਹੈਜ਼ ਟੂ ਫੇਸ ਦੈਨ ਦੇ ਹੈਵ ਟੂ ਫੇਸ ਸੈਵਰਲ ਪ੍ਰੋਬਲਮਸ। ਐਂਡ ਉਹਨੂੰ ਬਹੁਤ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ। ਓਬਵੀਅਸਲੀ ਆਰਗੇਨਾਈਜੇਸ਼ਨ ਡਾਊਨ ਨਹੀਂ ਜਾਏਗੀ, ਫਿਰ ਸਕਸੈਸਫੁਲ ਨਹੀਂ ਹੋਏਗੀ। ਫੋਰ ਐਗਜ਼ਾਮਪਲ ਕਹਿੰਦਾ ਇਫ ਦੇਰ ਇਜ਼ ਅ ਪੋਲੀਟੀਕਲ ਸਟੇਬਿਲਿਟੀ ਇਨ ਦ ਕੰਟਰੀ ਐਂਡ ਲਾਅ ਐਂਡ ਆਰਡਰ ਆਰ ਪ੍ਰੀਵੈਂਟ, ਦੈਨ ਦ ਪੋਲੀਟੀਕਲ ਇਨਵਾਇਰਮੈਂਟ ਆਫ ਦੈਟ ਕੰਟਰੀ ਇਜ਼ ਹਾਈਲੀ ਵਿਲ ਸੂਟੇਬਲ ਫॉर ਦ ਬਿਜ਼ਨਸ ਐਂਟਰਪ੍ਰਾਈਜ਼। ਕਹਿੰਦੇ ਕਿ ਫੋਰ ਐਗਜ਼ਾਮਪਲ ਕਿ ਜਿੱਦਾਂ ਦੇਖੋ ਕਿ ਇੱਕੋ ਸਰਕਾਰਾਂ ਤੁਹਾਡੇ 5 ਸਾਲ, ਫਿਰ 5 ਸਾਲ, 5 ਸਾਲ ਦੀ ਸਰਕਾਰ ਹੁੰਦੀ ਹੈ ਨਾ, ਕਿ ਚਾਰ ਵਾਰ ਇੱਕੋ ਸਰਕਾਰ ਬਣੀ ਆ। ਦੈਟ ਮੀਨਸ ਕਿ ਉਹ ਸਰਕਾਰ ਇੱਕੋ ਹੀ ਆ, ਅਤੇ ਓਬਵੀਅਸਲੀ ਜਿਹੜੀਆਂ ਬਿਜ਼ਨਸਮੈਨਸ ਆ ਜਾਂ ਬਿਜ਼ਨਸ ਆ, ਉਹ 20 ਸਾਲ, ਕਿਉਂਕਿ ਚਾਰ ਵਾਰੀ ਬਣੇ ਅਤੇ 5 ਸਾਲ ਇੱਕ ਵਾਰੀ ਬਣਦੇ, ਤਾਂ ਮਤਲਬ 20 ਸਾਲ ਹੋ ਗਿਆ। 20 ਸਾਲ ਉਹ ਆਰਗੇਨਾਈਜੇਸ਼ਨ ਸਟੇਬਲ ਕਰ ਸਕਦੀ ਹੈ। ਕਿਉਂਕਿ ਓਬਵੀਅਸਲੀ ਜੇ 5 ਸਾਲ ਬਾਅਦ ਹੋਰ ਕੋਈ ਸਰਕਾਰ ਆ ਜਾਏਗੀ, ਅਤੇ ਜੇ ਦੂਜੀ ਸਰਕਾਰ ਆ ਗਈ ਤਾਂ ਉਹਨੇ ਹੋਰ ਰੂਲਸ ਲੈ ਆਉਣੇ, ਹੋਰ ਪੋਲੀਟੀਕਲ ਫੈਕਟਰਸ ਲੈ ਆਉਣੇ, ਜਿਹਦੇ ਨਾਲ ਬਿਜ਼ਨਸ ਇਫੈਕਟ ਹੋਊਗਾ। ਓਬਵੀਅਸਲੀ ਉਹ ਕਹਿੰਦੇ ਕਿ ਜੇ ਇੱਕੋ ਸਰਕਾਰ ਬਾਰ ਬਣੂਗੀ ਤਾਂ ਉਹਦੇ ਲਈ ਬਿਜ਼ਨਸ ਨੂੰ ਵੀ ਬੈਨੀਫਿਟ ਹੁੰਦਾ ਹੈ, ਠੀਕ ਹੈ। ਇਨ ਇਹ ਸਿਚੁਏਸ਼ਨ ਕੰਟਰੀ ਟੂ ਦਿਸ ਪੋਲੀਟੀਕਲ ਇਨਵਾਇਰਮੈਂਟ ਇਜ਼ ਨਾਟ ਸੂਟੇਬਲ ਟੂ ਦ ਬਿਜ਼ਨਸ ਇਨਵਾਇਰਮੈਂਟ। ਕਹਿੰਦੇ ਕਿ ਜਿਹੜੀ ਕੰਟਰੀ ਦਾ ਮਤਲਬ ਉਹ ਤੋਂ ਉਲਟ, ਜੇ ਸਰਕਾਰ ਹਰ ਵਾਰੀ ਚੇਂਜ ਹੋਈ ਜਾਊਗੀ ਤਾਂ ਫਿਰ ਬਿਜ਼ਨਸ ਐਗਜ਼ਿਸਟ ਨਹੀਂ ਕਰਦਾ, ਕਿਉਂਕਿ ਜਿਹੜੀ ਨਵੀਂ ਸਰਕਾਰ ਆਉਂਦੀ ਆਪਣੇ ਰੂਲਸ ਲਾਉਂਦੀ, ਆਪਣੇ ਰੈਗੂਲੇਸ਼ਨਸ ਲਾਉਂਦੀ, ਠੀਕ ਹੈ ਜੀ। ਹੁਣ ਇਹਦੇ ਵਿੱਚ ਮੇਨ ਐਲੀਮੈਂਟਸ ਆਫ ਪੋਲੀਟੀਕਲ ਇਨਵਾਇਰਮੈਂਟ ਦੇ ਵਿੱਚ ਕਿਹੜੇ ਆ? ਕੌਨਸਟੀਟਿਊਸ਼ਨ ਹੋਗਾ। ਕੌਨਸਟੀਟਿਊਸ਼ਨ ਤੁਹਾਨੂੰ ਪਤਾ ਵਾ ਨਾ ਕਿ ਆਪਣਾ ਕੌਨਸਟੀਟਿਊਸ਼ਨ ਤੁਸੀਂ 9th 10th ਦੇ ਵਿੱਚ ਪੜ੍ਹਿਆ ਵਾ ਕਿ ਕੌਨਸਟੀਟਿਊਸ਼ਨ ਕਹਿੰਦਾ ਕਿ ਹਰ ਇੱਕ ਨੂੰ ਫਰੀਡਮ ਦਾ ਹੱਕ ਆ, ਹਰ ਇੱਕ ਕੋ ਰਾਈਟ ਆ, ਠੀਕ ਆ ਜੀ। ਪੋਲੀਟੀਕਲ ਸਿਸਟਮ ਆਫ ਦਾ ਕੰਟਰੀ, ਇਹਦੇ ਵਿੱਚ ਉਹੀ ਸਾਰਾ ਕੁਝ ਦੱਸਿਆ ਜੋ ਆਪਾਂ ਪੜ੍ਹਿਆ ਕਿ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ। ਪੋਲੀਟੀਕਲ ਸਿਸਟਮ ਕੰਟਰੀ ਦਾ ਕਿੱਦਾਂ ਵਾ, ਆਈਡੀਓਲੋਜੀ ਆਫ ਮੇਨ ਪੋਲੀਟੀਕਲ ਪਾਰਟੀਜ਼ ਐਂਡ ਅਪਰੋਚ ਟੂਵਰਡਸ ਇਕਨੋਮਿਕ ਪੋਲਿਸੀਜ਼। ਆਈਡੀਓਲੋਜੀ ਦਾ ਮਤਲਬ ਹੁੰਦਾ ਕਿ ਉਹਨਾਂ ਦੀ ਕਿੱਦਾਂ ਦੀ ਸੋਚ ਆ। ਪੋਲੀਟੀਕਲ ਸਟੇਬਿਲਿਟੀ ਐਂਡ ਦ ਲਾਅ ਐਂਡ ਆਰਡਰ ਸਿਚੁਏਸ਼ਨ ਇਨ ਦ ਕੰਟਰੀ, ਕਿੱਦਾਂ ਦੀ ਪੋਲੀਟੀਕਲ ਸਟੇਬਿਲਿਟੀ, ਮਤਲਬ ਕਿ ਕਿੰਨਾ ਕੁ ਚਿਰ ਉਹ ਸਰਕਾਰ ਰਹੀ ਆ, 20 ਸਾਲ ਰਹੀ, 25 ਸਾਲ ਰਹੀ, ਜਾਂ ਸਿਰਫ 5 ਸਾਲ ਰਹੀ ਆ। ਨੌਲੇਜ, ਇੰਟੈਲੀਜੈਂਸ, ਐਪਟੀਟਿਊਡ ਐਂਡ ਫਰਸਾਈਡਨੈਸ ਆਫ ਪੋਲੀਟੀਕਲ ਲੀਡਰਸ, ਕਿੰਨੀ ਕੁ ਨੌਲੇਜ ਆ, ਇੰਟੈਲੀਜੈਂਸ ਆਫ ਪੋਲੀਟੀਕਲ ਲੀਡਰਸ ਆ, ਜਿੰਨੇ ਨੌਲੇਜਬਲ ਹੋਣਗੇ ਉਹਨਾਂ ਸੋਚਣਗੇ। ਫੋਰ ਐਗਜ਼ਾਮਪਲ ਜਦੋਂ ਸਰਕਾਰ ਹੁੰਦੀ ਸੀ ਮਨਮੋਹਨ ਸਿੰਘ ਦੀ, ਉਦੋਂ ਬਿਜ਼ਨਸ ਹਰ ਇੱਕ ਚੀਜ਼ ਬਹੁਤ ਵਧੀਆ ਚੱਲਣ ਦੀ ਸੀ। ਬਟ ਜਦੋਂ ਹੁੰਦਾ ਹੈ ਵੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਜੇ ਪੜ੍ਹਿਆ ਲਿਖਿਆ ਬੰਦਾ ਨਹੀਂ ਹੋਊਗਾ, ਅਤੇ ਉਹਦੇ ਨਾਲ ਕੀ ਹੋ ਜਾਂਦਾ ਵਾ, ਆਪਣੀ ਆਰਗੇਨਾਈਜੇਸ਼ਨਸ ਇਫੈਕਟ ਹੁੰਦੀਆਂ। ਪ੍ਰਵੇਲੈਂਸ ਆਫ ਵੈਲਿਊਜ਼ ਅਮੰਗ ਪੋਲੀਟੀਕਲ ਲੀਡਰਸ, ਪੋਲੀਟੀਕਲ ਇੰਸਟੀਟਿਊਸ਼ਨਸ ਐਂਡ ਬਿਊਰੋਕਰੇਸੀ। ਕਹਿੰਦੇ ਆ ਕਿ ਕਿੱਦਾਂ ਦੀਆਂ ਵੈਲਿਊਜ਼ ਆ ਪੋਲੀਟੀਕਲ ਲੀਡਰਸ ਦੇ ਵਿੱਚ, ਐਂਡ ਕਿੱਦਾਂ ਦੀ ਉਹਨਾਂ ਦੀਆਂ ਵੈਲਿਊਜ਼ ਦੇ ਵਿੱਚ ਆ ਜਾਂਦਾ ਵਾ ਕਿ ਕਿਹੜੇ ਤਿਉਹਾਰ ਨੂੰ। ਫੋਰ ਐਗਜ਼ਾਮਪਲ ਜਿੱਦਾਂ ਸੁਖਬੀਰ ਸਿੰਘ ਬਾਦਲ ਦੀ ਵੈਲਿਊਜ਼ ਇਹ ਹੀ ਕਿ ਉਹ ਭਾਵੇਂ ਜਿੱਦਾਂ ਦਾ ਮਰਜ਼ੀ ਸੀ, ਉਹਨੇ ਕੀ ਕਰਦਾ ਹੁੰਦਾ ਸੀ ਕਿ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਉਂਦਾ ਹੁੰਦਾ ਸੀ, ਠੀਕ ਆ ਨਾ, ਸਾਰੇ ਕੰਟਰੀਜ਼ ਦੇ ਵਿੱਚੋਂ ਬੁਲਾ ਕੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ। ਸੋ ਵੈਲਿਊਜ਼ ਹੀ, ਠੀਕ ਹੈ ਨਾ। ਕਮਰਸ਼ੀਅਲ ਪਾਲਿਸੀ ਆਫ ਦ ਗਵਰਨਮੈਂਟ ਐਂਡ ਇੰਟਰਵੈਂਸ਼ਨ ਬਾਏ ਦ ਗਵਰਨਮੈਂਟ ਇਨ ਐਂਟਰਪ੍ਰਾਈਜ਼ਸ।
ਇਕਨੋਮਿਕ ਰਿਲੇਸ਼ਨਸ ਆਫ ਦ ਕੰਟਰੀ ਵਿਦ ਅਦਰ ਕੰਟਰੀਜ਼, ਕਿ ਕਿੱਦਾਂ ਦਾ ਆਪਣੀ ਕੰਟਰੀ ਦਾ ਰਿਲੇਸ਼ਨ ਬਾਕੀ ਕੰਟਰੀਆਂ ਨਾਲ, ਜੇ ਇੰਪੋਰਟ ਐਕਸਪੋਰਟ ਦਾ ਕੰਮ ਕਰਨਾ ਹੋਵੇ ਬਿਜ਼ਨਸਮੈਨ ਨੇ, ਤਾਂ ਜੇ ਕੰਟਰੀ ਦੇ ਰਿਲੇਸ਼ਨਸ ਵਧੀਆ ਹੋਣਗੇ ਫਿਰ ਹੀ ਆਪਾਂ ਕਰ ਸਕਦੇ ਹਾਂ, ਠੀਕ ਹੈ। ਡਿਗਰੀ ਆਫ ਪੋਲੀਟਿਕਾਈਜੇਸ਼ਨ ਇਨ ਦ ਬਿਜ਼ਨਸ ਫੀਲਡ, ਪੋਲੀਟੀਕਲ ਪ੍ਰੋਬਲਮਸ ਆਫ ਦ ਕੰਟਰੀ ਦੇ ਪੋਲੀਟੀਕਲ ਪ੍ਰੋਬਲਮਸ ਕਿਹੜੀਆਂ ਉਹਦੇ ਨਾਲ ਵੀ ਬਿਜ਼ਨਸ ਇਫੈਕਟ ਹੁੰਦਾ ਹੈ। ਫੋਰਥ ਵਨ ਇਜ਼ ਦ ਲੀਗਲ ਇਨਵਾਇਰਮੈਂਟ। ਬੱਚੇ ਲੀਗਲ ਇਨਵਾਇਰਮੈਂਟ ਦਾ ਮਤਲਬ ਹੁੰਦਾ ਜਿਹੜਾ ਲਾਜ਼ ਦੇ ਨਾਲ ਰਿਲੇਟ ਕਰਦਾ। ਹਮੇਸ਼ਾ ਇਹਦਾ ਧਿਆਨ ਰੱਖਣਾ ਲੀਗਲ ਇਨਵਾਇਰਮੈਂਟ ਕਿਹਦੇ ਨਾਲ ਰਿਲੇਟ ਕਰਦਾ, ਲਾਅ ਦੇ ਨਾਲ, ਠੀਕ ਹੈ। Legal environment refers to all those laws, legal factors and forces which affect a business, enterprise or organization. Legal environment is the legal aspect or legal part of business environment. Legal environment is known as the regulatory environment. ਇਹ ਵੀ ਤੁਹਾਨੂੰ 1 marks ਦੇ ਵਿੱਚ ਆ ਸਕਦਾ ਕਿ legal environment ਨੂੰ ਤੁਸੀਂ ਕੀ ਕਹਿੰਦੇ ਜੋ, regulatory environment. Legal environment includes factors like, ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਦਾ ਨਾ, law ਜਿਹੜਾ law ਦੇ ਨਾਲ ਰਿਲੇਟਡ ਆ ਉਹਨੂੰ ਆਪਾਂ ਕੀ ਕਹਿੰਦੇ ਆ, ਲੀਗਲ ਇਨਵਾਇਰਮੈਂਟ। ਕਿਹਦਾ ਬੋਲ ਪਾ, ਲੀਗਲ ਇਨਵਾਇਰਮੈਂਟ, ਸੌਰੀ ਫॉर ਡਿਸਟਰਬੈਂਸ ਬੱਚੇ, ਲਾਜ਼, ਠੀਕ ਹੈ ਜੀ। ਇਹਨੂੰ ਰੈਗੂਲੇਟਰੀ ਇਨਵਾਇਰਮੈਂਟ ਵੀ ਕਿਹਾ ਜਾਂਦਾ ਹੈ। ਲੀਗਲ ਇਨਵਾਇਰਮੈਂਟ ਇਨਕਲੂਡਸ ਫੈਕਟਰਸ ਲਾਈਕ ਲਾਜ਼ ਪਾਸਡ ਐਂਡ ਇੰਪਲੀਮੈਂਟਡ ਬਾਈ ਦ ਗਵਰਨਮੈਂਟ। ਕਿਹੜੇ ਲਾਜ਼ ਪਾਸ ਕੀਤੇ ਆ ਗਵਰਨਮੈਂਟ ਨੇ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਲੀਗਲ ਇਨਵਾਇਰਮੈਂਟ, ਠੀਕ ਹੈ ਜੀ। Constitutional laws, administrative orders given by the government officers, judgments given by the judiciary, judgment given by the various judiciary commissions and rules made by the government, ਠੀਕ ਹੈ ਜੀ। ਕਹਿੰਦੇ ਕਿ ਉਹ ਵਾਲੇ ਸਾਰੇ ਲਾਜ਼ ਜਾਂ ਉਹ ਵਾਲੇ ਸਾਰੇ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਜੱਜਿਸ ਨੇ ਦਿੱਤੇ ਹੁੰਦੇ ਆ, ਠੀਕ ਆ, ਉਹ ਕਿਹਦੇ ਵਿੱਚ ਆਉਂਦੇ, ਲੀਗਲ ਇਨਵਾਇਰਮੈਂਟ ਦੇ। ਲਾਅ ਕਿਹਦੇ ਨਾਲ ਰਿਲੇਟ ਕਰਦਾ ਬੱਚੇ, ਲਾਅ ਕਿਹਦੇ ਨਾਲ ਰਿਲੇਟ ਕਰਦਾ, ਲਾਅ ਕਿਹਦੇ ਨਾਲ ਰਿਲੇਟ ਕਰਦਾ ਹੈ ਬੱਚੇ, ਇਹ ਨਾ ਆਪਾਂ ਟੌਪਿਕ ਬਾਅਦ 'ਚੋਂ ਕਰਾਂਗੇ, ਮੈਨੂੰ ਨਾ, ਠੀਕ ਹੈ। ਮੈਂ ਤੁਹਾਨੂੰ ਜਿਹੜਾ ਮੈਂ ਤੁਹਾਨੂੰ ਦੱਸਿਆ ਲਾਅ ਦੇ ਨਾਲ ਰਿਲੇਟ ਕਰਦਾ, ਉਸ ਤੋਂ ਬਾਅਦ ਆਪਾਂ ਬਾਕੀ ਕੱਲ੍ਹ ਟੌਪਿਕ ਕਰਾਂਗੇ। ਦੈਟਸ ਆਲ ਫॉर ਟੂਡੇ।